ਗੁੱਡ ਮਾਰਨਿੰਗ ਸਟੂਡੈਂਟਸ। ਅੱਜ ਟੌਪਿਕ ਲਿਮਿਟ ਐਂਡ ਕੰਟੀਨਿਊਟੀ ਸਟਾਰਟ ਕਰਦੇ ਹਾਂ, ਜੋ ਕਿ ਚੈਪਟਰ ਨੰਬਰ 5 ਹੈ। ਆਪਾਂ ਪਿੱਛੇ ਮੈਟ੍ਰਿਸਿਸ ਦੇਖ ਆਏ ਹਾਂ ਅਤੇ ਡਿਟਰਮੀਨੈਂਟਸ ਦੇਖ ਆਏ ਹਾਂ, ਜੋ ਕਿ ਬੜੇ ਈਜ਼ੀ ਟੌਪਿਕ ਨੇ। ਬਸ ਉੱਥੇ ਥੋੜ੍ਹਾ ਜਿਹਾ ਉਹਨਾਂ 'ਤੇ ਪ੍ਰੈਕਟਿਸ ਦੀ ਲੋੜ ਹੈਗੀ ਹੈ। ਜ਼ਿਆਦਾ ਡਿਫੀਕਲਟ ਕਨਸੈਪਚੁਅਲ ਟੌਪਿਕ ਘੱਟ ਨੇ, ਅਲਜਬਰਾਇਕ ਜ਼ਿਆਦਾ ਨੇ, ਬਿਕੋਜ਼ ਉਹਨਾਂ ਦੇ ਵਿੱਚ ਕੈਲਕੂਲੇਸ਼ਨਸ ਇਨਵੋਲਵ ਸੀਗੀਆਂ। ਇੱਥੇ ਥੋੜ੍ਹਾ ਜਿਹਾ ਆਪਾਂ ਨੂੰ ਕਨਸੈਪਚੁਅਲ ਥਿੰਕਿੰਗ ਦੀ ਲੋੜ ਵੀ ਪਏਗੀ, ਨਾਲ ਦੀ ਨਾਲ ਅਲਜਬਰਾਇਕ ਕੈਲਕੂਲੇਸ਼ਨਸ ਦੀ ਲੋੜ ਤਾਂ ਪੈਣੀ ਹੀ ਪੈਣੀ ਹੈਗੀ ਹੈ। ਤਾਂ ਸਟਾਰਟ ਕਰਦੇ ਹਾਂ ਚੈਪਟਰ ਨੰਬਰ 5 ਲਿਮਿਟ ਐਂਡ ਕੰਟੀਨਿਊਟੀ। ਸਟਾਰਟ ਕਰਦੇ ਹਾਂ ਵਿਦ ਦ ਡੈਫੀਨੇਸ਼ਨ ਆਫ ਲਿਮਿਟ। ਸਪੋਜ਼ ਆ ਕੋਈ ਫੰਕਸ਼ਨ ਹੈ y ਇਜ਼ ਇਕੁਅਲ ਟੂ ਐਫ ਐਕਸ, ਠੀਕ ਹੈ, ਐਨੀ ਫੰਕਸ਼ਨ ਹੈ, ਤਾਂ ਇਸ ਦੀ ਲਿਮਿਟ ਕਿਸ ਤਰ੍ਹਾਂ ਡਿਫਾਈਨ ਕੀਤੀ ਜਾ ਸਕਦੀ ਹੈ। ਆਪਾਂ ਜਿਸ ਤਰ੍ਹਾਂ ਫੰਕਸ਼ਨ ਦੀ ਡੈਫੀਨੇਸ਼ਨ ਪੜ੍ਹੀ ਸੀਗੀ ਕਿ ਫੰਕਸ਼ਨ ਕੀ ਹੁੰਦਾ ਹੈ ਕਿ ਇੱਕ ਤਰ੍ਹਾਂ ਦੀ ਮਸ਼ੀਨ ਹੁੰਦੀ ਜਿਸ ਵਿੱਚ ਆਪਾਂ ਐਕਸ ਇਨਪੁਟ ਦਿੰਦੇ ਹੁੰਦੇ ਹਾਂ, ਹੈ ਨਾ। ਤਾਂ ਐਕਸ ਉਹਦੀ ਇਨਪੁਟ ਵੈਲਿਊ ਹੈ। ਜੇ ਆਪਾਂ ਐਕਸ ਦੀ ਜਗ੍ਹਾ 'ਤੇ ਏ ਭਰ ਦਈਏ ਤਾਂ ਉਹ ਜਿਹੜਾ ਇਹ ਹੈਗਾ ਉਹ ਇੱਕ ਇਨਪੁਟ ਬਣ ਜਾਏਗੀ। ਪਰ ਜੇ ਆਪਣੀ ਕੋਸ਼ਿਸ਼ ਰਵੇ ਕਿ ਆਪਾਂ ਐਗਜ਼ੈਕਟਲੀ ਇਹ ਵੈਲਿਊ ਨਹੀਂ ਭਰਨੀ ਹੈਗੀ, ਏ ਤੋਂ ਥੋੜ੍ਹੀ ਜਿਹੀ ਘੱਟ ਜਾਂ ਏ ਤੋਂ ਥੋੜ੍ਹੀ ਜ਼ਿਆਦਾ ਵੈਲਿਊ ਭਰਨਾ ਚਾਹੁੰਦੇ ਹਾਂ, ਫਿਰ ਜਿਹੜਾ ਫੰਕਸ਼ਨ ਦਾ ਬਿਹੇਵੀਅਰ ਕਿਹੋ ਜਿਹਾ ਹੋਏਗਾ, ਜੇ ਉਸ ਨੂੰ ਸਟੱਡੀ ਕਰਨਾ ਹੋਵੇ ਤਾਂ ਉਹਦੇ ਲਈ ਆਪਾਂ ਨੂੰ ਲਿਮਿਟ ਨਾਮ ਦਾ ਜਿਹੜਾ ਹੈਗਾ ਕਨਸੈਪਟ ਜਿਹੜਾ ਹੈਗਾ ਡਿਵਾਈਜ਼ ਕਰਨਾ ਪਊਗਾ। ਮੀਨਸ ਹੁਣ ਆਹ ਅਸਲ 'ਚ ਕੀ ਹੈ, ਇਹ ਐਫ ਐਕਸ ਦੀ ਵੈਲਿਊ ਹੈਗੀ ਆ ਏ ਦੇ ਅਬਾਊਟ। ਮੀਨਸ ਆਪਾਂ ਐਕਸ ਇੱਥੇ ਏ ਦੇ ਬਰਾਬਰ ਨਹੀਂ ਭਰ ਰਹੇ ਹੈਗੇ, ਜਾਂ ਤਾਂ ਏ ਤੋਂ ਬਹੁਤ ਥੋੜਾ ਭਰ ਰਹੇ ਹੈਗੇ ਜਾਂ ਏ ਤੋਂ ਥੋੜਾ ਜ਼ਿਆਦਾ ਭਰ ਰਹੇ ਹੈਗੇ ਆ, ਠੀਕ ਹੈ। ਸੌਰੀ, ਏ ਤੋਂ ਬਹੁਤ ਥੋੜਾ ਜਿਹਾ ਨੀਚੇ ਲੈਫਟ ਸਾਈਡ ਤੋਂ, ਜਾਂ ਏ ਦੇ ਰਾਈਟ ਸਾਈਡ ਤੋਂ ਵੈਲਿਊ ਕੀ ਭਰ ਰਹੇ ਹੈ, ਯਾਨੀ ਕਿ ਏ ਤੋਂ ਬਹੁਤ ਥੋੜੀ ਵੈਲਿਊ, ਠੀਕ ਹੈ, ਤੇ ਬਹੁਤ ਥੋੜੀ ਜਿਹੀ ਘੱਟ, ਸੌਰੀ, ਜਾਂ ਏ ਤੋਂ ਥੋੜੀ ਜ਼ਿਆਦਾ ਵੈਲਿਊ ਆਪਾਂ ਫੀਡ ਕਰਕੇ ਐਫ ਦਾ ਬਿਹੇਵੀਅਰ ਚੈੱਕ ਕਰਨਾ ਚਾਹੁੰਦੇ ਹਾਂ, ਜਿਸ ਨੂੰ ਆਪਾਂ ਲਿਮਿਟ ਦਾ ਨਾਮ ਦੇਵਾਂਗੇ, ਠੀਕ ਹੈ। ਅਤੇ ਇਹਦੇ ਕੇਸ 'ਚ ਜਿਵੇਂ ਸਪੋਜ਼ ਕਰ ਲਓ, ਇਹ ਹੁਣ ਸਟੱਡੀ ਕਰਨਾ ਕਿਉਂ ਪੈਂਦਾ ਹੈਗਾ, ਇਹ ਸਟੱਡੀ ਇਸ ਲਈ ਕਰਨਾ ਪੈਂਦਾ ਹੈਗਾ ਕਿ ਆਪਾਂ ਫੰਕਸ਼ਨ ਦਾ ਜਿਹੜਾ ਕੰਟੀਨਿਊਸ ਬਿਹੇਵੀਅਰ ਚੈੱਕ ਕਰਨਾ ਚਾਹੁੰਦੇ ਹਾਂ ਕਿ ਕਿਸੇ ਪੁਆਇੰਟ 'ਤੇ ਅਬਾਊਟ ਕੋਈ ਫੰਕਸ਼ਨ ਐਬਨੋਰਮਲ ਬਿਹੇਵੀਅਰ ਤਾਂ ਨਹੀਂ ਦੇ ਰਿਹਾ ਹੈਗਾ, ਰਾਈਟ। ਕਿਉਂਕਿ ਆਪਾਂ ਫੰਕਸ਼ਨ ਦਾ ਜਿਹੜਾ ਫੰਕਸ਼ਨ ਇੱਕ ਤਰ੍ਹਾਂ ਦਾ ਫਲੋ ਹੈ, ਆਪਾਂ ਦੇਖਣਾ ਚਾਹੁੰਦੇ ਕਿ ਉਸ ਫੰਕਸ਼ਨ ਦੇ ਫਲੋ 'ਚ ਕਿਤੇ ਕੋਈ ਡਿਸਕੰਟੀਨਿਊਟੀ ਹੈ, ਕਿਤੇ ਕੋਈ ਗੈਪ ਆਉਂਦਾ ਹੈਗਾ, ਠੀਕ ਹੈ। ਜਿੱਥੇ ਗੈਪ ਆਏਗਾ ਉੱਥੇ ਆਪਾਂ ਨੂੰ ਸਮਝ ਆਏਗਾ ਕਿ ਲਿਮਿਟ ਦਾ ਜਿਹੜਾ ਇੰਪੋਰਟੈਂਸ ਕੀ ਹੈਗਾ। ਜਿਵੇਂ ਸਪੋਜ਼ ਕਰ ਲਓ ਆ ਇੱਕ ਫੰਕਸ਼ਨ ਹੈ ਇਸ ਤਰ੍ਹਾਂ, ਜਿਹਦਾ ਗ੍ਰਾਫ ਦੇਖ ਰਿਹਾ, ਪਰ ਇਹ ਗ੍ਰਾਫ ਇੱਕ ਜਗ੍ਹਾ 'ਤੇ ਟੁੱਟ ਰਿਹਾ ਹੈਗਾ, ਠੀਕ ਹੈ। ਅਦਰਵਾਈਜ਼ ਜੇ ਗ੍ਰਾਫ ਟੁੱਟਦੀ ਐਗਜ਼ਾਮਪਲ ਨਾ ਦਈਏ ਤਾਂ ਫਿਰ ਲਿਮਿਟ ਦਾ ਡੈਫੀਨੇਸ਼ਨ ਆਪਾਂ ਨੂੰ ਸਮਝ ਨਹੀਂ ਆਉਣੀ ਹੈਗੀ। ਜਿਵੇਂ ਸਪੋਜ਼ ਕਰ ਲਓ ਐਕਸ ਇਜ਼ ਇਕੁਅਲ ਟੂ ਏ ਦੇ ਉੱਪਰ ਇਹ ਗ੍ਰਾਫ ਟੁੱਟ ਰਿਹਾ ਹੈਗਾ, ਠੀਕ ਹੈ। ਤਾਂ ਹੁਣ ਕੀ ਹੈ ਕਿ ਜੇ ਸਪੋਜ਼ ਕਰ ਲਓ ਜੇ ਮੈਂ ਐਫ ਦੇ ਵਿੱਚ ਵੈਲਿਊ ਭਰਾਂ ਐਕਸ ਇਕੁਅਲ ਟੂ ਜਸਟ ਗ੍ਰੇਟਰ ਦੈਨ ਏ, ਮੀਨਸ ਅਬ ਏ ਪਈ ਹੈ, ਥੋੜੀ ਜਿਹੀ ਇੱਧਰਲੇ ਪਾਸੇ ਕੋਈ ਵੈਲਿਊ ਜੇ ਫੀਡ ਕਰੂੰਗਾ ਤਾਂ ਐਫ ਦੀ ਵੈਲਿਊ ਆਹ ਵਾਲੀ ਆਊਗੀ, ਠੀਕ ਹੈ। ਯਾਨੀ ਕਿ ਆਹ ਲਿਮਿਟ ਬਣ ਜਾਏਗੀ, ਜਿਸ ਨੂੰ ਮੈਂ ਰਾਈਟ ਹੈਂਡ ਲਿਮਿਟ ਕਹਾਂਗਾ। ਯਾਨੀ ਕਿ ਐਕਸ ਅਪਰੋਚਸ ਟੂ ਏ ਪੋਜ਼ਿਟਿਵ, ਮੀਨਸ ਏ ਦੇ ਰਾਈਟ ਸਾਈਡ ਵਾਲੇ ਪਾਸੇ, ਮੀਨਸ ਏ ਤੋਂ ਬਹੁਤ ਥੋੜੀ ਜਿਹੀ ਜ਼ਿਆਦਾ ਵੈਲਿਊ, ਠੀਕ ਹੈ। ਉਸ ਕੇਸ ਫੰਕਸ਼ਨ ਦੀ ਵੈਲਿਊ ਜੋ ਲਿਮਿਟ ਆਏਗੀ ਉਸ ਨੂੰ ਮੈਂ ਬੋਲੂੰਗਾ ਰਾਈਟ ਹੈਂਡ ਲਿਮਿਟ, ਰਾਈਟ। ਅਤੇ ਇਹਦੀ ਵੈਲਿਊ ਫਿਰ ਲਿਮਿਟ ਦੀ ਕੀ ਆਊਗੀ, ਆ ਇੰਨੀ ਵੈਲਿਊ ਆਊਗੀ, ਰਾਈਟ। ਪਰ ਜੇ ਮੈਂ ਏ ਦੇ ਲੈਫਟ ਸਾਈਡ 'ਤੇ ਰਹਿ ਕੇ ਵੈਲਿਊ ਫੀਡ ਕਰਾਂ ਤਾਂ ਫਿਰ ਫੰਕਸ਼ਨ ਕਿੰਨੀ ਵੈਲਿਊ ਦੇਵੇਗਾ, ਫਿਰ ਫੰਕਸ਼ਨ ਇੰਨੀ ਵੈਲਿਊ ਦੇਊਗਾ, ਠੀਕ ਹੈ। ਹੁਣ ਦੇਖ ਲਓ, ਹਾਲਾਂਕਿ ਇਹਨਾਂ ਦੋਨਾਂ ਦੇ ਵਿੱਚ ਫਰਕ ਤਾਂ ਬਹੁਤ ਥੋੜਾ ਹੈ। ਇਹ ਐਕਸ ਦੀਆਂ ਵੈਲਿਊਜ਼ ਦੇ ਵਿੱਚ ਇੱਕ ਏ ਦੇ ਬਹੁਤ ਸਲਾਈਟਲੀ ਰਾਈਟ ਸਾਈਡ 'ਤੇ ਹੈ, ਇੱਕ ਸਲਾਈਟਲੀ ਲੈਫਟ ਸਾਈਡ 'ਤੇ ਹੈ। ਦੋਨਾਂ ਵਿੱਚ ਕਹਿ ਲਓ ਮਤਲਬ 0.0001% ਦਾ ਫਰਕ ਵੀ ਨਹੀਂ ਹੈਗਾ, ਇਸ ਤੋਂ ਵੀ ਘਟਾ ਸਕਦੇ ਆ। ਪਰ ਫਿਰ ਵੀ ਜਿਹੜੀ ਫੰਕਸ਼ਨ ਦੀਆਂ ਵੈਲਿਊਜ਼ ਆ, ਜੋ ਆਊਟਪੁੱਟ ਹੈ, ਉਹਦੇ 'ਚ ਦੇਖੋ ਕਿੰਨਾ ਜ਼ਿਆਦਾ ਫਰਕ ਆ ਗਿਆ। ਇਹ ਕਈ ਯੂਨਿਟ ਫਰਕ ਆ ਸਕਦਾ ਹੈਗਾ। ਇਸੇ ਐਬਨੋਰਮਲ ਬਿਹੇਵੀਅਰ ਨੂੰ ਸਟੱਡੀ ਕਰਨ ਦੇ ਲਈ ਹੀ ਆਪਾਂ ਲਿਮਿਟ ਡਿਵਾਈਸ ਕੀਤੀ ਹੈਗੀ ਹੈ। ਤਾਂ ਇੱਥੇ ਐਂ ਹੈਗਾ, ਜਿਵੇਂ ਸਪੋਜ਼ ਕਰ ਲਓ ਫੋਰ ਐਗਜ਼ਾਮਪਲ ਕਿ ਇਹ 1 ਹੈ ਅਤੇ 1 ਦੇ ਲੈਫਟ ਸਾਈਡ 'ਤੇ ਵੈਲਿਊ ਕਿਹੜੀ ਹੋਊਗੀ 0.9999 ਹੈ ਨਾ, ਅਤੇ 1 ਦੇ ਰਾਈਟ ਸਾਈਡ 'ਤੇ ਕਿਹੜੀ ਵੈਲਿਊ ਹੋਊਗੀ 1.00001। ਤਾਂ ਹਾਲਾਂਕਿ ਦੋਨਾਂ 'ਚ ਦੇਖੋ ਫਰਕ ਬਹੁਤ ਥੋੜ੍ਹਾ ਹੈ, 0.999 ਅਤੇ 0.00001 'ਚ ਫਰਕ ਬਹੁਤ 0.00001 ਦਾ ਹੀ ਫਰਕ ਹੈਗਾ, ਹੈ ਨਾ, ਉਸ ਤੋਂ ਵੀ ਘੱਟ ਹੋਊਗਾ। ਪਰ ਇਹਦੇ ਨਾਲ ਫੰਕਸ਼ਨ ਦੀ ਜਿਹੜੀ ਆਊਟਪੁੱਟ ਦੇ ਵਿੱਚ ਫਰਕ ਬਹੁਤ ਪੈਂਦਾ ਹੈਗਾ, ਠੀਕ ਹੈ। ਇਹਦੇ ਬਾਰੇ ਡਿਸਕਸ਼ਨ ਪਹਿਲੇ ਵੀ ਕੀਤੀ ਹੋਈ ਹੈ ਆਪਾਂ ਲੋਅਰ ਕਲਾਸ ਦੇ ਵਿੱਚ, ਤਾਂ ਉਹ ਮੈਂ ਇੰਨੀ ਡਿਟੇਲ ਦੇ ਵਿੱਚ ਡਿਸਕਸ਼ਨ ਹੁਣ ਨਹੀਂ ਕਰੂੰਗਾ। ਤਾਂ ਫਿਰ ਆਪਾਂ ਜਿਹੜੀ ਇਹ ਵੈਲਿਊ ਹੁਣ ਕਿਉਂਕਿ ਐਕਸ ਦੇ ਅਬਾਊਟ ਜਿਹੜੀ ਵੈਲਿਊ ਹੈ ਲੈਫਟ ਸਾਈਡ 'ਤੇ ਰਾਈਟ ਸਾਈਡ 'ਤੇ ਉਹਦਾ ਸਰਟਨ ਹੈ ਹੀ ਨਹੀਂ ਗੀ। ਕੋਈ ਕਹੂਗਾ ਕਿ ਮੈਂ ਐਕਸ ਦੇ ਸੱਜੇ ਪਾਸੇ 0.0001% ਵੈਲਿਊ ਦੇ ਸਕਦਾ ਹੈਗਾ, ਥੋੜ੍ਹੀ 0.001 ਐਕਸਟਰਾ ਦੇ ਸਕਦਾ। ਕੋਈ ਕਹਿ ਸਕਦਾ ਮੈਂ 0.00001 ਐਕਸਟਰਾ ਦੇ ਸਕਦਾ ਇਹ ਸੱਜੇ ਪਾਸੇ। ਤਾਂ ਦੋਨਾਂ ਦੇ ਕੇਸ ਵਿੱਚ ਜਿਹੜਾ ਫੰਕਸ਼ਨ ਦਾ ਜਿਹੜਾ ਬਿਹੇਵੀਅਰ ਹੈਗਾ ਉਹ ਮਤਲਬ ਯੂਨੀਕ ਨਹੀਂ ਆਏਗਾ, ਠੀਕ ਹੈ, ਕਿਉਂਕਿ ਇੱਕ ਵੈਲਿਊ ਅਲੱਗ ਆਏਗੀ, ਦੂਸਰੀ ਵੈਲਿਊ ਅਲੱਗ ਆਏਗੀ, ਦੋਨੋਂ ਅਲੱਗ ਅਲੱਗ ਵੈਲਿਊਜ਼ ਆਉਣਗੀਆਂ।
ਪਰ ਜਦੋਂ ਆਪਾਂ ਡਾਇਰੈਕਟ ਵੈਲਿਊ ਪੁੱਟ ਕਰਦੇ ਹਾਂ x ਇਕੁਅਲ ਟੂ a, ਉਦੋਂ ਤਾਂ ਇੱਕੋ ਹੀ ਵੈਲਿਊ ਆਉਂਦੀ ਹੈਗੀ ਹੈ। ਯਾਨੀ ਕਿ ਇੱਥੇ ਜਿਹੜਾ ਬਿਹੇਵੀਅਰ ਹੈ ਫੰਕਸ਼ਨ ਦੀ ਜਿਹੜੀ ਆਊਟਪੁੱਟ ਹੈ ਉਹ ਇੱਕ ਡਿਫਾਈਨਡ ਨਹੀਂ ਨਜ਼ਰ ਆ ਰਹੀ ਹੈਗੀ ਆਪਾਂ ਨੂੰ। ਪਰ ਆਪਾਂ ਇਹ 'ਚ ਐਸੀ ਕੋਈ ਗੱਲ ਹੈਗੀ ਵੀ ਨਹੀਂ, ਆਪਾਂ ਉਸ ਡੈਫੀਨੇਟ ਵੈਲਿਊ ਵਾਲੇ ਪਾਸੇ ਜਾਣਾ ਵੀ ਨਹੀਂ ਹੈਗਾ। ਆਪਾਂ ਤਾਂ ਇਹ ਦੇਖਣਾ ਕਿ ਜਿਹੜੀਆਂ ਦੋਨੋਂ ਵੈਲਿਊਜ਼ ਨੇ ਆਹ ਵਾਲੀਆਂ, ਠੀਕ ਹੈ, x ਰਾਈਟ ਹੈਂਡ ਲਿਮਿਟ ਅਤੇ ਲੈਫਟ ਹੈਂਡ ਲਿਮਿਟ ਦੋਨੋਂ ਬਰਾਬਰ ਹੋਣ। ਠੀਕ ਹੈ, ਆਪਾਂ ਤਾਂ ਇਹ ਦੇਖਣਾ ਕਿ ਦੋਨੋਂ ਬਰਾਬਰ ਹੋਣ, ਦੋਨਾਂ 'ਚ ਜਿਹੜਾ ਫਰਕ ਹੈਗਾ ਬਹੁਤ 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 ਜ਼ਿਆਦਾ ਥੋੜ੍ਹਾ ਹੋਵੇ ਅਤੇ ਉਸ ਥੋੜ੍ਹੇ ਨੂੰ ਹੋਰ ਥੋੜ੍ਹਾ ਕੀਤਾ ਜਾ ਸਕਦਾ ਹੋਵੇ। ਠੀਕ ਹੈ, ਅਤੇ ਦੋਨਾਂ ਦਾ ਆਨਸਰ ਜਿਹੜਾ ਹੈਗਾ ਉਹ FA ਦੇ ਬਰਾਬਰ ਆਵੇ। ਠੀਕ ਹੈ, ਤਾਂ ਇਸ ਕੇਸ 'ਚ ਆਪਾਂ ਕੀ ਕਹਾਂਗੇ, ਲੈਫਟ ਹੈਂਡ ਲਿਮਿਟ ਇਜ਼ ਇਕੁਅਲ ਟੂ ਰਾਈਟ ਹੈਂਡ ਲਿਮਿਟ ਇਜ਼ ਇਕੁਅਲ ਟੂ ਐਗਜ਼ੈਕਟ ਵੈਲਿਊ। ਜਦੋਂ ਇਸ ਤਰ੍ਹਾਂ ਹੋਏਗਾ ਫਿਰ ਆਪਾਂ ਕਹਾਂਗੇ ਕਿ ਫੰਕਸ਼ਨ ਦੀ ਜਿਹੜੀ ਲਿਮਿਟ ਹੈ ਉਹ ਐਗਜ਼ਿਸਟ ਕਰਦੀ ਹੈ। ਰਾਈਟ, ਤਾਂ ਇਹ ਇੱਕ ਡੈਫੀਨੇਸ਼ਨ ਬਣ ਜਾਂਦੀ ਹੈ ਆਪਣੀ ਫੰਕਸ਼ਨ ਦੀ ਡੈਫੀਨੇਸ਼ਨ ਦੀ, ਫੰਕਸ਼ਨ ਦੀ ਲਿਮਿਟ ਦੀ। ਤਾਂ ਕੰਟੀਨਿਊਟੀ ਦੀ ਡੈਫੀਨੇਸ਼ਨ ਵੀ ਇਨ ਟਰਮਸ ਆਫ ਲਿਮਿਟ ਡਿਫਾਈਨ ਕਰ ਸਕਦੇ ਹੈਗੇ ਆ। ਦਾ ਟਰਮ ਕੰਟੀਨਿਊਟੀ ਇਜ਼ ਯੂਜ਼ਡ ਟੂ ਐਨਾਲਾਈਜ਼ ਜਿਓਮੈਟਰੀ ਆਫ ਗ੍ਰਾਫ ਆਫ y is equal to fx. For example, if graph of fx break at point or has a sharp edge at a point, the function should be continuous at that point, right? The should be discontinued as ਜਿਵੇਂ ਸਪੋਜ਼ ਕਰ ਲਓ 3 ਗ੍ਰਾਫ ਨੇ, ਆਹ ਬਿਲਕੁਲ ਪਰਫੈਕਟਲੀ ਸਮੂਥ ਗ੍ਰਾਫ ਆ, ਕਿਤੇ ਨਹੀਂ ਟੁੱਟ ਰਿਹਾ, ਕਿਤੇ ਵੀ ਕੋਈ ਗੈਪ ਨਹੀਂ ਆ ਰਿਹਾ, ਕਿਤੇ ਕੋਈ ਐਜ ਨਹੀਂ ਆ ਰਹੀ, ਤਿੱਖਾ ਪੁਆਇੰਟ ਨਹੀਂ ਆ ਰਿਹਾ। ਹੁਣ ਜਿਹੜਾ ਆਹ ਗ੍ਰਾਫ ਹੈ ਇਹਦੇ 'ਚ ਫੰਕਸ਼ਨ ਜਿਹੜਾ ਟੁੱਟ ਰਿਹਾ ਇਸ ਜਗ੍ਹਾ ਦੇ ਉੱਪਰ A ਦੇ ਉੱਪਰ, ਅਤੇ ਆਹ ਵੀ ਇੱਕ ਗ੍ਰਾਫ ਹੈਗਾ, ਕੰਟੀਨਿਊਸ ਗ੍ਰਾਫ ਹੀ ਹੈਗੀ ਇੱਕ ਤਰ੍ਹਾਂ ਦਾ, ਪਰ ਇਸ ਪੁਆਇੰਟ ਦੇ ਉੱਪਰ ਥੋੜ੍ਹੀ ਸਸਪੀਸ਼ਨ ਹੋਏਗੀ। ਹਾਲਾਂਕਿ ਇਹ ਕੰਟੀਨਿਊਸ ਰਹੇਗਾ, ਪਰ ਆਹ ਜਿਹੜਾ ਪੁਆਇੰਟ ਹੈ ਨਾ ਇਹ ਆਪਾਂ ਦੇਖਾਂਗੇ ਕਿ ਜਿਹੜਾ ਫੰਕਸ਼ਨ ਇੱਥੇ ਡਿਸਕੰਟੀਨਿਊਸ ਥੋੜ੍ਹਾ ਗਲਤ ਲਿਖਤਾ, ਸ਼ਾਰਪ ਐਜ ਹੈ, ਡਿਸਕੰਟੀਨਿਊਸ ਨਹੀਂ ਹੈਗਾ ਇਹ, ਅਸਲ 'ਚ ਇੱਥੇ ਡੈਰੀਵੇਬਲ ਨਹੀਂ ਹੋਏਗਾ, ਇੱਥੇ ਥੋੜ੍ਹਾ ਮੈਂ ਗਲਤ ਲਿਖ ਗਿਆ, ਇਸ ਤਰ੍ਹਾਂ ਨਹੀਂ ਹੈਗਾ। ਇਸ ਕੇਸ 'ਚ ਫੰਕਸ਼ਨ ਕੰਟੀਨਿਊਸ ਹੋਏਗਾ। ਠੀਕ ਹੈ, ਲਿਮਿਟ ਕਿਤੇ ਵੀ ਲੈ ਲਓ, ਲੈਫਟ ਹੈਂਡ ਲਿਮਿਟ ਰਾਈਟ ਹੈਂਡ ਲਿਮਿਟ ਬਰਾਬਰ ਆਊਗੀ। ਇਸ ਕੇਸ ਦੇ ਵਿੱਚ ਵੀ ਫੰਕਸ਼ਨ ਡਿਸਕੰਟੀਨਿਊਸ ਹੈ। ਐਵਰੀਵੇਅਰ ਲਿਮਿਟ ਜਿਹੜੀ ਲੈਫਟ ਹੈਂਡ ਅਤੇ ਰਾਈਟ ਹੈਂਡ ਬਰਾਬਰ ਹੋਊਗੀ, ਪਰ ਇੱਕ ਪੁਆਇੰਟ ਨੂੰ ਛੱਡ ਕੇ, ਇਸ ਪੁਆਇੰਟ ਦੇ ਉੱਪਰ ਜਿੱਥੇ ਬ੍ਰੇਕ ਆ ਰਹੀ ਹੈ, ਬ੍ਰੇਕ ਵਾਲੇ ਪੁਆਇੰਟ 'ਤੇ ਕੀ ਹੈ ਕਿ ਲੈਫਟ ਹੈਂਡ ਲਿਮਿਟ ਜਿਹੜੀ ਰਾਈਟ ਹੈਂਡ ਲਿਮਿਟ ਦੇ ਬਰਾਬਰ ਨਹੀਂ ਹੈਗੀ। ਇੱਥੇ ਮੈਂ ਪਤਾ ਨਹੀਂ ਕਿਉਂ ਗਲਤ ਕਰ ਗਿਆ। ਬੇਸਿਕਲੀ ਇਹ ਫੰਕਸ਼ਨ ਕੰਟੀਨਿਊਸ ਹੈ, ਕਿਤੇ ਟੁੱਟਦਾ ਨਹੀਂ ਹੈਗਾ, ਪਰ ਇਹ ਸਮੂਥ ਨਹੀਂ ਹੈਗਾ। ਇਸ ਜਗ੍ਹਾ 'ਤੇ ਐਜ ਆ ਰਹੀ ਹੈਗੀ ਹੈ। ਇਸ ਕੇਸ 'ਚ ਕੀ ਹੋਊਗਾ, ਸ਼ਾਰਪ ਐਜ 'ਤੇ ਕੀ ਹੈ, ਲੈਫਟ ਹੈਂਡ ਅਤੇ ਰਾਈਟ ਹੈਂਡ ਲਿਮਿਟ ਦੋਨੋਂ ਹੀ ਬਰਾਬਰ ਹੋਣਗੀਆਂ। ਮੈਂ ਗਲਤ ਲਿਖਤਾ ਹੈ ਅਤੇ ਤੁਸੀਂ ਨੋਟ ਕਰ ਲਿਓ, ਇਹ ਗਲਤ ਹੈ ਇਹ ਚੀਜ਼। ਮੈਨੂੰ ਆਪ ਨੂੰ ਹੈਰਾਨੀ ਹੁੰਦੀ ਕਿ ਮੈਂ ਕਿਵੇਂ ਲਿਖ ਗਿਆ ਇਹ ਚੀਜ਼। ਪਰ ਇੱਥੇ ਇੱਕ ਹੋਰ ਤਰ੍ਹਾਂ ਦਾ ਬਿਹੇਵੀਅਰ ਓਬਜ਼ਰਵ ਹੋ ਸਕਦਾ ਹੈ, ਜੋ ਕਿ ਹੋਏਗਾ ਫੰਕਸ਼ਨ ਦਾ ਡੈਰੀਵੇਟਿਵ ਨਹੀਂ ਐਗਜ਼ਿਸਟ ਕਰੂਗਾ। ਇਹ ਆਪਾਂ ਅੱਗੇ ਜਾ ਕੇ ਪੜ੍ਹਾਂਗੇ ਕਿ ਡੈਰੀਵੇਟਿਵ ਕੀ ਚੀਜ਼ ਹੁੰਦੀ ਹੈਗੀ ਹੈ। ਇਸ ਪੁਆਇੰਟ ਦੇ ਉੱਪਰ, ਇਸ ਪੁਆਇੰਟ 'ਤੇ ਪ੍ਰੋਬਲਮ ਜ਼ਰੂਰ ਆਏਗੀ। ਹਾਲਾਂਕਿ ਪੁਆਇੰਟ 'ਤੇ ਫੰਕਸ਼ਨ ਟੁੱਟ ਨਹੀਂ ਰਿਹਾ ਹੈਗਾ, ਕੰਟੀਨਿਊਸ ਹੈਗਾ, ਅਤੇ ਦੋਨੋਂ ਲਿਮਟਾਂ ਲੈਫਟ ਹੈਂਡ ਅਤੇ ਰਾਈਟ ਹੈਂਡ ਲਿਮਿਟ ਬਰਾਬਰ ਨੇ, ਪਰ ਫੰਕਸ਼ਨ ਇੱਥੇ ਡੈਰੀਵੇਬਲ ਨਹੀਂ ਹੋਏਗਾ, ਕੰਟੀਨਿਊਸ ਹੋਏਗਾ। ਮਤਲਬ ਇੱਥੇ ਐਬਨੋਰਮਲ ਬਿਹੇਵੀਅਰ ਕੁਛ ਤਾਂ ਹੈ। ਠੀਕ ਹੈ, ਉਸ ਤੋਂ ਬਾਅਦ ਆਪਾਂ ਕੁਝ ਐਗਜ਼ਾਮਪਲਸ ਲੈਣੇ ਹੈਗੇ ਆ। ਤਾਂ ਕੰਟੀਨਿਊਸਲੀ ਐਗਜ਼ਾਮਪਲ ਕੀ ਹੈ, ਫਿਰ ਕੰਟੀਨਿਊਸ ਐਗਜ਼ਾਮਪਲ ਇਹੀ ਹੈ ਕਿ ਫੰਕਸ਼ਨ ਦੀ ਲੈਫਟ ਹੈਂਡ ਅਤੇ ਰਾਈਟ ਹੈਂਡ ਲਿਮਿਟ, ਫੰਕਸ਼ਨ ਜਿਹੜਾ ਹੈਗਾ ਪੁਆਇੰਟ A ਦੇ ਉੱਪਰ ਕੰਟੀਨਿਊਸ ਤਾਂ ਹੀ ਹੋਏਗਾ ਜੇ A ਦੇ ਉੱਪਰ ਰਾਈਟ ਹੈਂਡ ਲਿਮਿਟ ਅਤੇ ਲੈਫਟ ਹੈਂਡ ਲਿਮਿਟ FA ਦੇ ਬਰਾਬਰ ਹੋਏ, ਮੀਨ ਐਗਜ਼ੈਕਟ ਵੈਲਿਊ ਦੇ ਬਰਾਬਰ ਹੋਏ, ਜਾਂ ਕਹਿ ਲਓ ਫੰਕਸ਼ਨ ਉੱਥੇ ਹੈ ਨਾ, ਫੰਕਸ਼ਨ ਦਾ ਗ੍ਰਾਫ ਨਾ ਟੁੱਟਦਾ ਹੋਵੇ। ਤਾਂ ਇਸ ਕੇਸ 'ਚ ਜਾਂ ਕਹਿ ਲਓ ਫੰਕਸ਼ਨ ਦੀ ਲਿਮਿਟ ਐਗਜ਼ਿਸਟ ਕਰ ਰਹੀ ਹੈਗੀ ਹੈ ਨਾ, ਇੱਕੋ ਹੀ ਗੱਲ ਹੈ। ਜਿਵੇਂ ਪਹਿਲਾਂ ਵੀ ਆਹੀ ਸੇਮ ਡੈਫੀਨੇਸ਼ਨ ਆਪਾਂ ਲਿਮਿਟ ਦੀ ਐਗਜ਼ਿਸਟੈਂਸ ਬਾਰੇ ਕੀਤੀ ਹੈਗੀ ਹੈ। ਤਾਂ ਆਹ ਡੈਫੀਨੇਸ਼ਨ ਹੈ ਫੰਕਸ਼ਨ ਕੰਟੀਨਿਊਸ ਹੋਣ ਦੀ, ਦੈਟ ਇਜ਼ ਰਾਈਟ ਹੈਂਡ ਲਿਮਿਟ ਇਜ਼ ਇਕੁਅਲ ਟੂ ਲੈਫਟ ਹੈਂਡ ਲਿਮਿਟ at that point where the continuity is being discussed, right, and it should be equal to FA. ਉਸ ਤੋਂ ਬਾਅਦ ਇੱਕ ਡਿਸਕੰਟੀਨਿਊਸ ਫੰਕਸ਼ਨ ਦੀ ਐਗਜ਼ਾਮਪਲ ਦੇ ਰੱਖੀ ਹੈਗੀ ਹੈ। ਫੋਰ ਐਗਜ਼ਾਮਪਲ ਆਫ ਫੰਕਸ਼ਨ ਕੀ ਹੈ, ਜੇ x ਨੈਗੇਟਿਵ ਹੈ ਤਾਂ ਇਹਦੀ ਵੈਲਿਊ 1 ਹੋਏਗੀ, ਜੇ x ਪੋਜ਼ੀਟਿਵ ਹੈ ਜਾਂ 0 ਦੇ ਬਰਾਬਰ ਹੈ ਇਹਦੀ ਵੈਲਿਊ 3 - x ਹੋਏਗੀ। ਆਪਾਂ ਦੇਖਣਾ ਕਿ ਇਹ ਫੰਕਸ਼ਨ ਜਿਹੜਾ ਹੈਗਾ ਡਿਸਕੰਟੀਨਿਊਸ ਹੈਗਾ 0 ਦੇ ਉੱਪਰ। ਕਿਵੇਂ, ਪਹਿਲਾਂ ਆਪਾਂ 0 ਉੱਪਰ ਰਾਈਟ ਹੈਂਡ ਲਿਮਿਟ ਲੈ ਲੈਣੇ ਹੈਗੇ ਆ। ਰਾਈਟ ਹੈਂਡ ਲਿਮਿਟ ਲੈਣ ਦਾ ਮਤਲਬ ਕੀ ਹੈ ਕਿ x ਅਪਰੋਚਸ ਟੂ 0 ਪੋਜ਼ੀਟਿਵ, ਮੀਨ ਜੇ 0 ਦੇ ਸੱਜੇ ਪਾਸੇ ਹੈ, ਮੀਨ ਜੇ 0 ਤੋਂ ਵੱਡਾ ਹੋਊਗਾ ਤਾਂ ਫਿਰ fx ਦੀ ਵੈਲਿਊ ਕਿਹੜੀ ਲਈ ਜਾਊਗੀ, 3 - x ਲਈ ਜਾਊਗੀ। ਠੀਕ ਹੈ, 3 - x ਲੈ ਲਈ। ਇੱਥੇ x ਸਿੱਧਾ ਆਪਾਂ ਸਟ੍ਰੇਟ ਫਾਰਵਰਡਲੀ 0 ਭਰ ਸਕਦੇ ਹੈਗੇ ਆ। 0 ਭਰਤਾ ਇੱਥੇ ਤਾਂ ਆਨਸਰ 3 ਆ ਜਾਏਗਾ। ਜੇ ਆਪਾਂ ਇੱਥੇ ਲੈਫਟ ਹੈਂਡ ਲਿਮਿਟ ਲੈ ਲਈਏ x ਅਪਰੋਚਸ ਟੂ -O, ਮੀਨਸ ਆਪਾਂ ਵੀ ਆਰ ਅਪਰੋਚਿੰਗ 0 ਫਰੋਮ ਦ ਲੈਫਟ ਸਾਈਡ, ਰਾਈਟ, fx। ਤਾਂ ਇਹ 'ਚ ਕੀ ਹੈ ਕਿ ਜਿਹੜਾ ਫੰਕਸ਼ਨ ਜਿਹੜਾ x ਹੈਗਾ ਉਹ 0 ਤੋਂ ਛੋਟਾ ਹੋਊਗਾ। ਉਸ ਕੇਸ 'ਚ fx ਦੀ ਵੈਲਿਊ ਕਿੰਨੀ ਆ ਜਾਏਗੀ, 1 ਆ ਜਾਏਗੀ। ਤਾਂ ਇੱਕ ਵਾਰ ਆਪਣਾ 1 ਆ ਰਿਹਾ ਹੈਗਾ ਆਨਸਰ, ਲੈਫਟ ਹੈਂਡ ਲਿਮਿਟ 1 ਆ ਰਹੀ ਹੈ, ਰਾਈਟ ਹੈਂਡ ਲਿਮਿਟ 3 ਆ ਰਹੀ ਹੈ, ਦੋਨਾਂ 'ਚ ਫਰਕ ਹੈ 2 ਯੂਨਿਟ ਦਾ।
ਤਾਂ ਇਸ ਮਤਲਬ ਦੋਨੋਂ ਲਿਮਟਾਂ ਬਰਾਬਰ ਨਹੀਂ ਹੈਗੀਆਂ, ਇਸ ਕਰਕੇ ਫੰਕਸ਼ਨ ਜਿਹੜਾ ਹੈਗਾ ਉਹ ਕੰਟੀਨਿਊਸ ਨਹੀਂ ਹੋਊਗਾ 0 ਦੇ ਉੱਪਰ। ਦੇਅਰਫੋਰ ਦਿਸ ਫੰਕਸ਼ਨ ਇਜ਼ ਡਿਸਕੰਟੀਨਿਊਸ ਐਟ ਦਾ ਪੁਆਇੰਟ x ਇਜ਼ ਇਕੁਅਲ ਟੂ 0। ਉਸ ਤੋਂ ਬਾਅਦ ਆਪਾਂ ਡਿਸਕੰਟੀਨਿਊਟੀਜ਼ ਦੀਆਂ ਕਾਈਂਡਸ ਦੇਖਦੇ ਹੈਗੇ ਹਾਂ, ਜਿਵੇਂ ਇੱਕ ਰਿਮੂਵੇਬਲ ਡਿਸਕੰਟੀਨਿਊਟੀ ਹੁੰਦੀ ਹੈ, ਮੀਨਸ ਫੰਕਸ਼ਨ ਵਿੱਚ ਕੁਝ ਚੇਂਜਸ ਕਰਕੇ ਆਪਾਂ ਡਿਸਕੰਟੀਨਿਊਟੀ ਨੂੰ ਰਿਮੂਵ ਕਰ ਸਕਦੇ ਹੈਗੇ ਹਾਂ, ਉਸ ਨੂੰ ਰਿਮੂਵੇਬਲ ਡਿਸਕੰਟੀਨਿਊਟੀ ਕਹਿ ਦਾਂਗੇ। ਡਿਸਕੰਟੀਨਿਊਟੀ ਆਫ ਫਸਟ ਕਾਈਂਡ, ਉਹਦੇ 'ਚ ਕੀ ਹੁੰਦਾ ਕਿ ਆਪਣੀਆਂ ਫਸਟ ਹੈਂਡ ਅਤੇ ਰਾਈਟ ਹੈਂਡ ਅਤੇ ਲੈਫਟ ਹੈਂਡ ਲਿਮਟ ਬਰਾਬਰ ਹੁੰਦੀਆਂ ਪਰ ਐਗਜ਼ੈਕਟ ਵੈਲਿਊ ਦੇ ਬਰਾਬਰ ਨਹੀਂ ਹੁੰਦੀਆਂ, ਹੈ ਨਾ। ਇੱਕ ਸੈਕਿੰਡ ਕਾਈਂਡ ਦੀ ਹੁੰਦੀ ਹੈ ਕਿ ਡਿਸਕੰਟੀਨਿਊਟੀ, ਉਸ ਕੇ ਅੰਦਰ ਨਾ ਤਾਂ ਲੈਫਟ ਹੈਂਡ ਰਾਈਟ ਹੈਂਡ ਬਰਾਬਰ ਨਹੀਂ ਹੁੰਦੀਆਂ ਅਤੇ ਉਹ ਐਗਜ਼ੈਕਟ ਦੇ ਬਰਾਬਰ ਵੀ ਨਹੀਂ ਹੁੰਦੀਆਂ ਹੈਗੀਆਂ, ਠੀਕ ਹੈ। ਅਤੇ ਡਿਸਕੰਟੀਨਿਊਟੀ ਸੈਟ ਟੂ ਬੀ ਰਿਮੂਵੇਬਲ, ਜੇ ਉਹਦੇ ਵਿੱਚ ਕੁਛ ਐਡਜਸਟਮੈਂਟ ਕੀਤੀਆਂ ਜਾ ਸਕਦੀਆਂ ਹੈਗੀਆਂ ਅਤੇ ਉਹਨੂੰ ਕੰਟੀਨਿਊਸ ਬਣਾਇਆ ਜਾ ਸਕਦਾ ਹੈਗਾ, ਰਾਈਟ। ਤਾਂ ਫਸਟ ਕਾਈਂਡ ਆਪਾਂ ਦੇਖ ਹੀ ਲਈ ਕਿ ਲੈਫਟ ਹੈਂਡ ਅਤੇ ਰਾਈਟ ਹੈਂਡ ਬਰਾਬਰ ਨਹੀਂ ਹੁੰਦੀਆਂ ਹੈਗੀਆਂ, ਠੀਕ ਹੈ। ਅਤੇ ਸੈਕਿੰਡ ਕਾਈਂਡ 'ਚ ਦੋਨੋਂ ਬਰਾਬਰ ਵੀ ਨਹੀਂ ਹੁੰਦੀਆਂ ਤਾਂ ਉਹਦੇ ਨਾਲ ਤਾਂ ਕੋਈ ਐਗਜ਼ਿਸਟ ਵੀ ਨਹੀਂ ਕਰਦੀ ਹੁੰਦੀ ਹੈਗੀ ਵਗੈਰਾ ਵਗੈਰਾ। ਤਾਂ ਲਿਸਟ ਆਫ ਕੰਟੀਨਿਊਸ ਫੰਕਸ਼ਨ ਆਪਾਂ ਜਿਹੜੇ ਇਨ ਜਨਰਲ ਆਪਾਂ ਮਤਲਬ ਮੰਨ ਕੇ ਚੱਲਿਆ ਕਰਨੇ ਕਿ ਉਹ ਕੰਟੀਨਿਊਸ ਹੀ ਹੈਗੇ ਆ, ਹੈ ਨਾ। ਉਹਦੇ ਬਾਰੇ ਉਹਨਾਂ ਨੂੰ ਪ੍ਰੂਫ ਨਹੀਂ ਦੇਣਾ ਹੈਗਾ ਕਦੇ ਵੀ ਆਪਾਂ, ਬਿਨਾਂ ਪ੍ਰੂਫ ਦੇ ਆਪਾਂ ਲਿਖ ਦਿਆ ਕਰਨਾ ਕਿ ਦਿਸ ਫੰਕਸ਼ਨ ਇਜ਼ ਆਲਰੇਡੀ ਕੰਟੀਨਿਊਸ, ਉਹਦੇ ਲਈ ਕੋਈ ਕਿਸੇ ਤਰ੍ਹਾਂ ਦੀ ਪ੍ਰੂਫ ਦੀ ਲੋੜ ਨਹੀਂ ਹੋਏਗੀ, ਰਾਈਟ। ਤਾਂ ਉਹ ਕਿਹੜੇ ਫੰਕਸ਼ਨ, ਇੱਕ ਤਾਂ ਪੋਲੀਨੋਮੀਅਲ ਫੰਕਸ਼ਨ ਹਮੇਸ਼ਾ ਹੀ ਕੰਟੀਨਿਊਸ ਮੰਨਿਆ ਜਾਏਗਾ ਵਿਦਾਊਟ ਪ੍ਰੂਫ। ਹਾਲਾਂਕਿ ਪ੍ਰੂਫ ਹੈਗੇ ਇਹਨਾਂ ਦੇ, ਪ੍ਰੂਫ ਕੀਤਾ ਜਾ ਸਕਦਾ ਵਿਦ ਦ ਹੈਲਪ ਆਫ ਲਿਮਿਟ, ਪਰ ਆਪਾਂ ਇਹਨਾਂ ਨੂੰ ਵਾਰ-ਵਾਰ ਨਹੀਂ ਪ੍ਰੂਫ ਕਰਿਆ ਕਰਨਾ। ਰੈਸ਼ਨਲ ਫੰਕਸ਼ਨ, ਠੀਕ ਹੈ, ਉਹਨਾਂ ਦਾ ਡਿਨੋਮੀਨੇਟਰ ਚੈੱਕ ਕਰ ਲਓ ਵੀ ਡਿਨੋਮੀਨੇਟਰ 'ਚ ਕੋਈ ਐਸਾ ਪੁਆਇੰਟ ਤਾਂ ਨਹੀਂ ਹੈਗਾ ਜਿਹੜਾ ਇਨਫਾਈਨਾਈਟ ਕਰ ਰਿਹਾ ਹੋਵੇ, ਤਾਂ ਉਸ ਪੁਆਇੰਟ ਨੂੰ ਛੱਡ ਕੇ ਆਪਾਂ ਫੰਕਸ਼ਨ ਰੈਸ਼ਨਲ ਫੰਕਸ਼ਨ ਕੰਟੀਨਿਊਸ ਹੁੰਦੇ। ਐਕਸਪੋਨੈਂਸ਼ੀਅਲ ਫੰਕਸ਼ਨ ਕੰਟੀਨਿਊਸ ਹੁੰਦਾ, ਟ੍ਰਿਗਨੋਮੈਟ੍ਰਿਕ ਸਾਈਨ ਅਤੇ ਕੋਸਾਈਨ ਕੰਟੀਨਿਊਸ ਹੁੰਦੇ ਆ, ਟੇਂਜੈਂਟ ਐਕਸ ਆਪਣੇ ਡੋਮੇਨ ਦੇ ਪੁਆਇੰਟਸ ਦੇ ਉੱਪਰ ਕੰਟੀਨਿਊਸ ਹੁੰਦਾ ਹੈਗਾ। ਤਾਂ ਇਹ ਕੁਛ ਪੈਟ ਐਗਜ਼ਾਮਪਲਸ ਨੇ ਜਿਨ੍ਹਾਂ ਨੂੰ ਆਪਾਂ ਨੂੰ ਵਾਰ-ਵਾਰ ਪ੍ਰੂਵ ਕਰਨ ਦੀ ਲੋੜ ਨਹੀਂ ਪੈਣੀ ਕਿ ਉਹ ਕੰਟੀਨਿਊਸ ਹੈਗੇ ਹੈ, ਠੀਕ ਹੈ। ਅਤੇ ਆਪਾਂ ਨੂੰ ਡਾਇਰੈਕਟਲੀ ਯੂਜ਼ ਕਰ ਸਕਦੇ ਹਾਂ ਆਪਣੇ ਕੁਐਸਚਨਸ ਦੇ ਵਿੱਚ।